स्वागत है पीटीसी न्यूज़ में सारे दर्शकों का। मैं हरप्रीत सिंह खास खबर लैके एक बार फिर तो तुहाडे सामने हाज़र हाँ। श्रोमणी अकाली दल के सीनियर आगू बिक्रम सिंह मजीठिया नूं रेगूलर जमानत मिल गई है, जिसनों श्रोमणी अकाली दल कह रहा है कि एक वड्डी जित है। हालांकि एक रेगूलर जमानत है सिर्फ, पर जेल के बाहर जिस तरह के जश्न मनाए गए अज अकाली वर्करां वालों, जिस तरह का जोश दिखाया गया, उस तरह लगता है कि केस खत्म हो गया, ये केस अगे चलने वाला नहीं है। ये समझण दे लई बड़ा जरूरी है कि इन्ना उत्साह इन्ना जोश अकाली दल ते अकाली वर्करां दे विच क्यों है, क्योंकि जिहड़े विरोधी धिरां वो कह रही हैं कि सिर्फ एक रेगूलर बेल हैगी है जिहड़ी अक्सर ही केसां दे विच मिल जांदी हुंदी है। हले केस खत्म नहीं होया, हले प्रोसीडिंग्स चलणगियां, हले उसनूं ये नहीं कह दिता गया अदालत वालों कि ये दोषी नहीं है। ये तो सारा कुछ हजे होना बाकी है, पर सिर्फ रेगूलर बेल नूं एक वड्डी जित दसना ये श्रोमणी अकाली दल क्यों कर रहा है, ये समझना बड़ा जरूरी है। साडे नाल खास मेहमान जुड़े हुए हैं इस पूरे मुद्दे ते गलबात करने के लिए, क्योंकि जिहड़ा कोर्ट वालों वर्डिक्ट आया है या जिहड़ी जमानत दी गई है, उस स्टेटमेंट्स ने जिहड़ियां उसनूं श्रोमणी अकाली दल कहता है कि हर पंजाबी नूं जरूर समझनियां ते पढ़नियां चाहीदियां ने, जिस तो बिल्कुल ये साफ हो जाता है कि यह केस सिर्फ तो सिर्फ एक पोलीटिकल वेंडेटा सीगा। साडा मौजूद ने एडवोकेट अर्शदीप सिंह कलेर साहब, जो कि इस पूरे मुद्दे के वकील भी ने, श्रोमणी अकाली दल के सीनियर आगू बिक्रम सिंह मजीठिया के वकील भी ने। कलेर साहब बहुत बहुत स्वागत है साडे इस खास प्रोग्राम के। कलेर साहब पहला मेरा सवाल, क्योंकि आप सीधा सवालों ते आने समा घट है, ਤੁਹਾਡੇ विरोधी कह रहे हैं कि ये सिर्फ एक रेगूलर बेल हैगी है। बेल नूं तुसीं इस तरह मना रहे हो, इस तरह जशन श्रोमणी अकाली दल मना रहा है कि जिवें क्वैशिंग हो गई हुंदी है, केस खत्म हो चुकिया हुंदा। तुसीं अदालतां दे विच बड़े सारे केस लड़दे हुंदे हो, जमानतां हुंदियां भी ने, समानतां नहीं भी हुंदियां। ये जमानत मिलनी किन्नी कुछ वड्डी तुहानूं लगदा है कि तुहाडी प्राप्ति है? हरप्रीत जी, ਇਹਨੂੰ ਸਮਝਣ ਲਈ ਨਾ ਆਪਾਂ ਨੂੰ ਥੋੜਾ ਪਿੱਛੇ ਜਾਣਾ ਪਊਗਾ। ਤੁਸੀਂ ਦੇਖਿਆ ਹੋਣਾ ਕਿ 2017 ਦੇ ਵਿੱਚ ਵਿਰੋਧੀਆਂ ਨੇ ਦੋ ਮੁੱਦਿਆਂ ਨੂੰ ਪੰਜਾਬ 'ਚ ਬਹੁਤ ਵੱਡੇ ਤਰੀਕੇ ਨਾਲ ਉਭਾਰਿਆ, ਬੇਅਦਬੀ ਤੇ ਉਸ ਤੋਂ ਬਾਅਦ ਨਸ਼ੇ ਦਾ। ਬੇਅਦਬੀ ਦੇ ਮੁੱਦੇ ਤੇ ਹਾਈ ਕੋਰਟ ਦੀ ਇਸ ਤੋਂ ਪਹਿਲਾਂ ਜਜਮੈਂਟ ਆਈ ਸੀ, ਆਪਾਂ ਦੇਖੀ ਕਿ ਕਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਜੋ ਇੱਕ ਸਿਆਸੀ ਜਾਂਚ ਕਰ ਰਹੇ ਸੀ, ਉਹ ਕੋਰਟ 'ਚ ਮੁੱਦੇ ਮੂੰਹ ਡਿੱਗੀ, ਸਟ੍ਰਿਕਚਰਸ ਪਾਸ ਹੋਏ ਔਰ ਅੱਜ ਤੱਕ ਕੁੰਵਰ ਵਿਜੇ ਪ੍ਰਤਾਪ ਨੂੰ ਉਹਦੇ ਤੇ ਕੋਈ ਰਿਲੀਫ ਨਹੀਂ ਮਿਲਿਆ। ਉਸ ਤੋਂ ਬਾਅਦ ਇਸ ਮੁੱਦੇ ਤੇ ਜਿਸ ਤੇ ਸਭ ਤੋਂ ਵੱਧ ਸਿਆਸਤ ਕੀਤੀ ਗਈ ਪੰਜਾਬ 'ਚ, ਉਹ ਸੀ ਇਹ ਜਿਹੜਾ ਨਸ਼ਿਆਂ ਦਾ ਸੋ ਕਾਲਡ ਮੁੱਦਾ। ਹਾਲਾਂਕਿ ਇਹ ਜਿਹੜੇ ਵੱਡੇ ਰੈਕਟ ਸੀ ਇਹ ਐਕਸਪੋਜ਼ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ, ਜਗਦੀਸ਼ ਭੋਲੇ ਵਰਗੇ ਬੰਦੇ ਸ਼੍ਰੋਮਣੀ ਅਕਾਲੀ ਦਲ ਨੇ ਫੜੇ, ਪਰ ਵਿਰੋਧੀਆਂ ਨੇ ਕੂੜ ਪ੍ਰਚਾਰ ਕੀਤਾ। ਹੁਣ ਜਦੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪਰਚਾ ਦੇਣ ਦੀ ਗੱਲ ਆਉਂਦੀ ਹੈ, ਤੁਸੀਂ ਦੇਖਿਆ ਹੋਣਾ ਕਿ 3 ਡੀਜੀਪੀ ਬਦਲਨੇ ਪਏ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਨੂੰ, 5 ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚੀਫ ਬਦਲੇ, ਔਰ 2 ਨੇਤਾ ਔਨ ਰਿਕਾਰਡ ਇਹ ਲਿਖਿਆ ਕਿ ਸਰਕਾਰ ਸਾਨੂੰ ਗਲਤ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ, ਜਿਹਨੂੰ ਸੰਵਿਧਾਨ ਨਹੀਂ ਇਜਾਜ਼ਤ ਦਿੰਦਾ ਤੇ ਸਾਡੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ। ਫਿਰ ਇੱਕ ਡੀਜੀਪੀ ਚੱਕ ਲਿਆ ਜਿਹੜਾ ਆਰਡੀਨਰੀ ਕੋਰਸ 'ਚ ਡੀਜੀ ਨਹੀਂ ਬਣ ਸਕਦਾ ਸੀ। ਇੱਕ ਕਮਰੇ ਦੇ ਥਾਣੇ 'ਚ ਰਾਤ ਨੂੰ ਇੱਕ ਝੂਠਾ ਪਰਚਾ ਸਰਦਾਰ ਬਿਕਰਮ ਮਜੀਠੀਆ ਦੇ ਖਿਲਾਫ ਦੇ ਕੇ ਸਿਰਫ ਤੇ ਸਿਰਫ ਕਾਂਗਰਸ ਨੇ ਆਪਣੀ ਇਨਕੰਪੀਟੈਂਸ, ਆਪਣੀ ਮਾੜੀ ਕਾਰਗੁਜ਼ਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਔਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਕਿ ਜੀ ਇਹ ਝੂਠਾ ਪਰਚਾ ਦਾ ਕੋਈ ਬੇਸ ਹੀ ਹੈ ਨਹੀਂਗਾ। ਹੁਣ ਉਸ ਸਮੇਂ ਤਾਂ ਸਾਨੂੰ ਇਹ ਪਤਾ ਸੀ ਕਿ ਇਹ ਸੱਚਾਈ ਇਹਦੇ 'ਚ ਕੋਈ ਨਹੀਂ ਹੈਗੀ, ਝੂਠ ਦੇ ਮਹਿਲ ਬਣਾਏ ਗਏ ਨੇ। ਪਰ ਅੱਜ ਤੁਸੀਂ ਹਾਈ ਕੋਰਟ ਦੀ ਜਜਮੈਂਟ ਨੂੰ ਇਹਨੂੰ ਪੰਨਾ ਬਾਏ ਪੰਨਾ ਪੜੋਗੇ ਤਾਂ ਇਹ ਸਰਕਾਰਾਂ ਦੇ ਮੂੰਹ ਤੇ, ਇਹ ਦੋਨੋਂ ਜਿਹੜੀਆਂ ਹੋਸਟਾਈਲ ਸਰਕਾਰਾਂ ਰਹੀਆਂ, ਚਾਹੇ ਕਾਂਗਰਸ ਦੀ ਤੇ ਆ 4 ਮਹੀਨੇ ਆਮ ਆਦਮੀ ਪਾਰਟੀ ਦੀ, ਇਹਨਾਂ ਦੇ ਮੂੰਹ ਤੇ ਚਪੇੜ। ਹਰਪ੍ਰੀਤ ਜੀ, ਪਰ ਜੇ ਤੁਸੀਂ ਕਹਿੰਦੇ ਹੋ ਕਿ ਇਸ ਮਸਲੇ ਦੇ ਵਿੱਚ ਕੋਈ ਸੱਚਾਈ ਨਹੀਂ ਹੈ, ਫਿਰ ਵੀ ਤੁਹਾਨੂੰ ਇਹ ਪ੍ਰੂਫ ਕਰਨ ਦੇ ਲਈ 6 ਮਹੀਨੇ ਲੱਗੇ। 6 ਮਹੀਨੇ ਬਾਅਦ ਤੁਹਾਨੂੰ ਰੈਗੂਲਰ ਬੇਲ ਮਿਲ ਰਹੀ ਹੈ। ਇਹ ਵੀ ਤਾਂ ਹੈ ਨਾ ਕਿ ਜੇ ਤਾਂ ਇਸ ਮਾਮਲੇ 'ਚ ਕੋਈ ਸੱਚਾਈ ਨਹੀਂ ਸੀਗੀ ਤਾਂ ਕੀ ਤੁਸੀਂ ਜੱਜ ਸਾਹਿਬਾਨ ਨੂੰ ਸਮਝਾ ਨਹੀਂ ਪਾਏ, ਜੱਜ ਸਮਝ ਨਹੀਂ ਪਾਏ, ਕੋਰਟ ਕਚਹਿਰੀਆਂ ਸਮਝ ਨਹੀਂ ਪਾਈਆਂ? ਰੈਗੂਲਰ ਬੇਲ ਨੂੰ ਵੀ 6 ਮਹੀਨੇ ਲੱਗ ਗਏ। ਹਰਪ੍ਰੀਤ ਜੀ, ਇਹਦੇ 'ਚ ਨਾ ਜਦੋਂ ਤੁਸੀਂ ਕਿਸੇ ਨੂੰ ਝੂਠਾ NDPS ਦੇ ਕੇਸ 'ਚ ਫਸਾਤਾ, ਤੁਸੀਂ ਇੱਕ ਬੰਦੇ ਨੂੰ ਟੈਕਨੀਕੈਲਿਟੀਜ਼ ਦੇ ਵਿੱਚ ਤਾਂ ਪਾਈ ਦਿੱਤਾ। ਪਹਿਲੀ ਸਾਡੀ ਲੜਾਈ ਰਹੀ ਐਂਟੀਸਪੇਟਰੀ ਬੇਲ ਦੀ, ਕਿਉਂਕਿ ਵਿਰੋਧੀ ਚਾਹੁੰਦੇ ਸੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਇਲੈਕਸ਼ਨ ਤੋਂ ਦੂਰ ਰੱਖਿਆ ਜਾਵੇ, ਇਸ ਕਰਕੇ ਪਰਚਾ ਦਿੱਤਾ ਗਿਆ। ਪਹਿਲੀ ਸਾਡੀ ਲੜਾਈ ਸੀ ਐਂਟੀਸਪੇਟਰੀ ਬੇਲ ਦੀ, ਉਹਦੇ 'ਚ ਸਾਨੂੰ ਪਹਿਲਾਂ ਹਾਈ ਕੋਰਟ ਨੇ ਐਂਟੀਸਪੇਟਰੀ ਬੇਲ ਦਿੱਤੀ, ਫਿਰ ਟੈਕਨੀਕੈਲਿਟੀਜ਼ ਆ ਗਈਆਂ, ਫਿਰ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। ਸੁਪਰੀਮ ਕੋਰਟ ਨੇ ਉਸ ਸਮੇਂ ਦੀ ਸਰਕਾਰ ਤੇ ਕਿੰਨੀ ਤਲਖ ਟਿੱਪਣੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਜਿਹੜੇ ਪੋਲੀਟੀਕਲ ਵੈਂਡੇਟੇ ਤਹਿਤ ਪਰਚੇ ਦਿੱਤੇ ਜਾ ਰਹੇ ਨੇ, ਇਹ ਮੰਦਭਾਗੀ ਗੱਲ ਹੈ। ਉੱਥੋਂ ਵੀ ਸਾਨੂੰ ਐਂਟੀਸਪੇਟਰੀ ਬੇਲ ਮਿਲੀ, ਅਸੀਂ ਇਲੈਕਸ਼ਨ ਲੜੀ ਤੇ ਕੋਰਟ ਨੇ ਕਿਹਾ ਕਿ ਇਹ ਟੈਕਨੀਕੈਲਿਟੀਜ਼ ਦਾ ਸਬਜੈਕਟ ਮੈਟਰ ਹੈ, ਇਹਦੇ 'ਚ ਐਂਟੀਸਪੇਟਰੀ ਬੇਲ ਸੈਕਸ਼ਨ 37 ਕਿਉਂਕਿ ਇਹ ਜਿਹਾ ਲਗਾ ਦਿੱਤਾ, ਸਾਨੂੰ ਸਰੈਂਡਰ ਕਰਨਾ ਪਿਆ। ਔਰ ਇਹ ਜਿਹੜਾ 6 ਮਹੀਨੇ ਦਾ ਵਕਫਾ ਹੈ, ਇਹਦੇ 'ਚ ਹੀਅਰਿੰਗਸ ਤਾਂ 5 ਹੀ ਹੋਈਆਂ ਹਰਪ੍ਰੀਤ ਜੀ। ਉਹਦੇ 'ਚ ਦੇਖੋ ਇੱਕ ਜੱਜ ਸਾਹਿਬ ਰਿਕਿਊਜ਼ ਕਰ ਗਏ, ਉਹਨਾਂ ਦੇ ਕੋਈ ਆਪਣੇ ਨਿੱਜੀ ਕਾਰਨ ਸੀ। ਦੂਜੇ ਜੱਜ ਸਾਹਿਬ ਨੇ ਇਹ ਕਹਿ ਕੇ ਰਿਕਿਊਜ਼ ਕੀਤਾ ਕਿ ਜੀ ਇਹਦੇ 'ਚ ਇੱਕ ਵਿਟਨੈਸ ਰੱਖਿਆ ਜਗਜੀਤ ਚਹਿਲ, ਜਿਹਦਾ ਮੈਂ ਸ਼ਿਮਲਾ ਹਾਈ ਕੋਰਟ ਦੇ ਵਿੱਚ ਵਕੀਲ ਰਿਹਾ, ਇਸ ਲਈ ਮੈਂ ਇਹ ਕੇਸ ਨਹੀਂ ਸੁਣ ਸਕਦਾ। ਉਸ ਤੋਂ ਬਾਅਦ ਸਾਡੇ 1.5-2 ਮਹੀਨੇ ਖਰਾਬ ਹੋਏ। ਸੋ 5-6 ਮਹੀਨੇ ਦਾ ਸਮਾਂ ਕੋਈ ਇਹ ਨਹੀਂ ਲੱਗਿਆ ਕਿ ਪਰਚਾ ਬੜਾ ਸਟਰੋਂਗ ਸੀ, ਸਾਨੂੰ 6 ਮਹੀਨੇ ਲੱਗ ਗਏ। ਐਡਮਿਨਿਸਟ੍ਰੇਟਿਵ ਗਰਾਊਂਡ ਵਿੱਚ ਹਾਈ ਕੋਰਟ ਦੀ ਵਕੇਸ਼ਨ ਆ ਗਈ ਤਾਂ 5 ਮਹੀਨੇ ਲੱਗੇ।
ਪਰ ਉਸ ਤੋਂ ਬਾਅਦ ਚਲੋ ਹੁਣ ਆਪਾਂ ਮੁੱਦੇ ਤੇ ਆਨੇ ਆ। ਇਸ ਮੁੱਦੇ ਤੇ ਆਉਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਸਮਝਣਾ ਚਾਹਨਾ ਕਿ ਤੁਸੀਂ ਵਾਰ-ਵਾਰ ਇਹ ਗੱਲ ਕਰ ਰਹੇ ਹੋ ਕਿ ਜਿਹੜੀਆਂ ਸਟੇਟਮੈਂਟਸ ਪਾਸ ਹੋਈਆਂ, ਇਸ ਪੂਰੇ ਮੁੱਦੇ ਦੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮ ਸੀਗੀਆਂ ਇਸ ਕੇਸ ਦੇ ਵਿੱਚ। ਉਹ ਸੀਗੀਆਂ ਜਿਹੜੇ ਬਿਆਨ ਦਰਜ ਕੀਤੇ ਗਏ, ਜਿਹੜੀਆਂ ਸਟੇਟਮੈਂਟਸ ਹੈ ਜਿਹਦੇ ਵਿੱਚ ਬੋਨੀ ਅਜਨਾਲਾ ਤੇ ਬਿੱਟੂ ਔਲਖ ਦਾ ਨਾਮ ਵਾਰ-ਵਾਰ ਆਂਦਾ ਰਿਹਾ। ਮਤਲਬ ਤੁਹਾਡਾ ਹੀ ਲੀਡਰ, ਤੁਹਾਡੀ ਪਾਰਟੀ ਨਾਲ ਜੁੜਿਆ ਹੋਇਆ ਬੋਨੀ ਅਜਨਾਲੇ ਵਰਗਾ ਲੀਡਰ ਇਹ ਕਹਿ ਰਿਹਾ ਕਿ ਮੈਨੂੰ ਬਿਕਰਮ ਮਜੀਠੀਆ ਤੋਂ ਜਾਨ ਦਾ ਖਤਰਾ ਹੈ, ਔਰ ਇਸ ਕੇਸ ਦੇ ਵਿੱਚ ਉਹਦੀ ਸਟੇਟਮੈਂਟ ਕੋਟ ਕੀਤੀ ਗਈ। ਹਾਲੇ ਵੀ ਤੁਸੀਂ ਇਹ ਕਹੋਗੇ ਕਿ ਇਹ ਝੂਠਾ ਪਰਚਾ ਸੀ, ਤੁਹਾਡੇ ਵਿਰੋਧੀ ਤਾਂ ਕਰਨ, ਪਰ ਤੁਹਾਡਾ ਆਪਣੇ ਹੀ ਪਾਰਟੀ ਦਾ ਆਗੂ ਕਹਿ ਰਿਹਾ ਕਿ ਮੈਨੂੰ ਬਿਕਰਮ ਮਜੀਠੀਆ ਤੋਂ ਜਾਨ ਦਾ ਖਤਰਾ ਹੈ। ਤੁਸੀਂ ਹਰਪ੍ਰੀਤ ਜੀ ਇਹ ਸਵਾਲ ਪਹਿਲਾਂ ਪੁੱਛ ਲਿਆ, ਮੈਂ ਇਹਦੇ ਤੇ ਥੋੜਾ ਬਾਅਦ ਚ ਆਉਣਾ ਸੀ। ਅਗਰ ਤੁਸੀਂ ਜਜਮੈਂਟ ਦਾ ਪੇਜ ਨੰਬਰ 16 ਪੜੋਗੇ, 16 ਨੰਬਰ ਪੇਜ ਦੇ ਉੱਤੇ ਹਾਈ ਕੋਰਟ ਦੀ ਫਾਈਂਡਿੰਗ ਹੈ ਕਿ ਜਿਹੜੀ ਬੋਨੀ ਅਜਨਾਲੇ ਦੀ ਸਟੇਟਮੈਂਟ ਹੈ, ਇਹਨੇ ਪਹਿਲਾਂ ਵੀ ਬਿਆਨ ਦਿੱਤਾ, ਕਦੇ ਦੇ ਦਿੰਦਾ ਹੈ, ਕਦੇ ਪਿੱਛੇ ਹਟ ਜਾਂਦਾ ਹੈ। ਇਹ ਲੱਗ ਰਿਹਾ ਕਿ ਸਿਕਿਉਰਿਟੀ ਲਈ ਕਰਦਾ ਸਾਰਾ ਕੁਝ। ਸੋ ਇਹਦੇ ਲਈ ਇਹ ਤੋਂ ਵੱਡੀ ਕਿਸੇ ਲੀਡਰ ਦੇ ਲਈ ਨਾਮੋਸ਼ੀਜਨਕ ਗੱਲ ਕੀ ਹੋ ਸਕਦੀ ਹੈ ਕਿ ਉਹਦੇ ਤੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਸਿਕਿਉਰਿਟੀ ਲੈਣ ਪਿੱਛੇ ਐਸੇ ਬੇਹੂਦਾ ਬਿਆਨ ਦਿੰਦਾ ਹੈ। ਇਹ ਬੋਨੀ ਅਜਨਾਲੇ ਦੀ ਸੱਚਾਈ ਹੈ। ਤੁਸੀਂ ਦੇਖੋ ਹਰਪ੍ਰੀਤ ਜੀ, ਗੱਲ ਕੀ ਹੈ ਕਿ ਇਹਦਾ ਜਿਹੜਾ ਬੇਸ ਹੈ ਨਾ, ਉਹ ਬੇਸ ਇਸ ਗੱਲ ਤੋਂ ਆਉਂਦਾ ਹੈ ਕਿ 2015 ਦੇ ਵਿੱਚ ਜਦੋਂ ਇਹ ਸਾਰੇ ਡਰੱਗਸ ਦੇ ਕੇਸ ਚੱਲਦੇ ਸੀ, ਇਹਦੇ 'ਚ ਇੱਕ ਹਾਈ ਕੋਰਟ ਮੋਨੀਟਰਡ ਸਿਟ ਸੀ, ਔਰ ਹਾਈ ਕੋਰਟ ਨੇ ਆਪਣੇ ਆਰਡਰ 'ਚ ਉਹਦਾ ਜ਼ਿਕਰ ਕੀਤਾ ਹੈ ਕਿ ਹਾਈ ਕੋਰਟ ਵੱਲੋਂ ਇੱਕ ਸਿਟ ਅਪਾਇੰਟ ਹੋਈ ਜਿਹਨੇ ਇਹਦੇ 'ਚ 10 ਚਲਾਨ ਪੇਸ਼ ਕੀਤੇ, ਉਹਨਾਂ ਦੇ ਵਿੱਚ ਇੱਕ 'ਚ ਵੀ ਸਰਦਾਰ ਬਿਕਰਮ ਮਜੀਠੀਆ ਦਾ ਨਾਮ ਨਹੀਂ। ਹੁਣ ਸਰਕਾਰ ਜਿਹੜੀ ਹੈਗੀ ਉਸ ਸਮੇਂ ਦੀ ਕਾਂਗਰਸ ਦੀ, ਫਿਰ ਇਹ ਆਮ ਆਦਮੀ ਪਾਰਟੀ ਵਾਲੇ ਇੱਕ ਅਫਸਰ ਨੂੰ ਬੜੀ ਲਾਈਮਲਾਈਟ ਦਿੰਦੇ ਨੇ, ਤੁਸੀਂ ਦੇਖਿਆ ਹੋਣਾ, ਉਹਨਾਂ ਨਾਂ ਹੈ ਹਰਪ੍ਰੀਤ ਸਿੱਧੂ। ਔਰ ਜਿਹੜਾ ਇਹ FIR ਦਰਜ ਕੀਤੀ ਗਈ ਹੈ, ਸਾਰੀ ਹਰਪ੍ਰੀਤ ਸਿੱਧੂ ਦੀ ਸਟੇਟਮੈਂਟ ਨੂੰ ਹੀ ਬੇਸ ਬਣਾ ਕੇ ਕੀਤੀ ਗਈ ਹੈ। ਔਰ ਜੇ ਤੁਸੀਂ ਉਹਦੇ ਤੇ ਹਾਈ ਕੋਰਟ ਦੇ ਕਮੈਂਟ ਦੇਖੋਗੇ, ਹੁਣ 15 ਨੰਬਰ ਪੇਜ ਤੇ, ਮੈਂ ਕਹੂੰਗਾ ਕਿ ਸਾਰੇ ਜਜਮੈਂਟ ਡਾਊਨਲੋਡ ਕਰਨ, 15 ਨੰਬਰ ਪੇਜ ਤੇ ਹਾਈ ਕੋਰਟ ਨੇ ਸਪੈਸ਼ਲੀ ਲਿਖਿਆ ਹੈ ਕਿ ਹਰਪ੍ਰੀਤ ਸਿੱਧੂ ਨੇ ਜਿਹੜਾ ਆਪਣਾ ਬਿਆਨ ਦਰਜ ਕਰਵਾਇਆ, ਜਿਹਦੇ ਤੇ ਸਾਰਾ ਤਾਣਾ ਬਾਣਾ ਬੁਣਿਆ ਗਿਆ ਕਿ ਜੀ ਪਰਚਾ ਦਰਜ ਹੋ ਗਿਆ, ਉਹਦੇ ਵਿੱਚ ਸਰਦਾਰ ਬਿਕਰਮ ਮਜੀਠੀਆ ਦੇ ਖਿਲਾਫ ਉਹਦੇ ਕੋਲ ਕੋਈ ਗੱਲ ਹੀ ਨਹੀਂ ਹੈਗੀ। ਉਹ ਉਹਨਾਂ ਦੇ ਖਿਲਾਫ ਕੋਈ ਚੀਜ਼ ਹੀ ਨਹੀਂ ਪ੍ਰੂਵ ਕਰ ਸਕਦਾ ਕਿ ਕੋਈ ਡਰੱਗ ਟ੍ਰੈਫਿਕਿੰਗ ਹੈ ਜਾਂ ਇਹ ਹੈ। ਹੁਣ ਹਰਪ੍ਰੀਤ ਸਿੱਧੂ ਨੂੰ ਐਡਾ ਵੱਡਾ ਅਫਸਰ ਬਣਾਇਆ ਹੋਇਆ ਹੈ, ਜਦ ਕਿ ਮੈਂ ਹਰ ਵਾਰੀ ਹਰ ਡਿਬੇਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਹਰਪ੍ਰੀਤ ਸਿੱਧੂ ਸਰਦਾਰ ਬਿਕਰਮ ਮਜੀਠੀਏ ਦਾ ਐਸਟ੍ਰੇਨਡ ਕਜ਼ਨ ਹੈ, ਇਹਨਾਂ ਦੀ ਬਣਦੀ ਨਹੀਂ, ਔਰ ਇਹ ਇਨਕੁਆਇਰੀ ਕਰ ਹੀ ਨਹੀਂ ਸਕਦਾ ਸੀ। ਪਰ ਅੱਜ ਹਾਈ ਕੋਰਟ ਨੇ ਵੀ ਕਹਿਤਾ ਵੀ ਜੇ ਇਹਨੇ ਕਰ ਵੀ ਦਿੱਤੀ, ਇਹਨੇ ਸਟੇਟਮੈਂਟ ਲਿਖ ਵੀ ਦਿੱਤੀ, ਇਹਦੀ ਸਟੇਟਮੈਂਟ ਤੇ ਪਰਚਾ ਕਿੱਦਾਂ ਦਰਜ ਹੋ ਗਿਆ, ਜਦ ਕਿ ਇਹ ਕਹਿੰਦਾ ਹੀ ਕੁਝ ਨਹੀਂ ਹੈਗਾ। ਇਹ ਇੱਕ ਵੱਡਾ ਪਹਿਲੂ ਹੈ। ਚਲੋ ਮੋٹے-ਮੋٹے ਪੁਆਇੰਟਰ ਜਿਹੜੇ ਨੇ ਉਹ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਜ਼ਰੂਰ ਪੜ੍ਹ ਕੇ ਸੁਣਾ ਦਿੰਦੇ ਆ। ਜੋ ਇਸ ਸਟੇਟਮੈਂਟ ਜਿਹੜੀ ਹੈ ਉਹ ਅਦਾਲਤ ਵੱਲੋਂ ਦਿੱਤੀ ਗਈ ਹੈ, ਉਹ ਕਹਿੰਦੇ ਨੇ ਕਿ 21 ਦਸੰਬਰ 2021 ਨੂੰ, ਤੁਸੀਂ ਮੈਨੂੰ ਕਰੈਕਟ ਕਰ ਦਿਓ ਜੇ ਕੁਝ ਗਲਤ ਹੋਇਆ, 21 ਦਸੰਬਰ 2021 ਨੂੰ ਦਰਜ ਕੀਤੀ ਗਈ FIR ਦੇ ਵਿੱਚ ਪਟੀਸ਼ਨਰ ਦੇ ਦੋਸ਼ੀ ਹੋਣ ਦਾ ਕੋਈ ਆਧਾਰ ਨਹੀਂ ਹੈ। ਇਹ ਜਿਹੜੀ ਜਜਮੈਂਟ ਆਈ ਹੈ ਉਹਦੇ ਵਿੱਚ ਲਿਖਿਆ ਹੋਇਆ ਮਾਮਲੇ ਦੇ ਵਿੱਚ ਹੁਣ ਤੱਕ ਪਟੀਸ਼ਨਰ ਦੇ ਖਿਲਾਫ ਸਾਡੇ ਸਾਹਮਣੇ ਪੇਸ਼ ਕੀਤੇ ਗਏ ਤੱਥ ਕਮਜ਼ੋਰ ਨੇ ਤੇ ਭਰੋਸੇਯੋਗ ਨਹੀਂ। ਮੁਲਜ਼ਮ ਵੱਲੋਂ ਡਰੱਗ ਕਾਰੋਬਾਰ ਨੂੰ ਫਾਈਨੈਂਸ ਕੀਤੇ ਜਾਣ ਦਾ ਕੋਈ ਆਧਾਰ ਨਹੀਂ। ਜ਼ਮਾਨਤ ਦਿੱਤੇ ਜਾਣ ਤੇ ਮੁਲਜ਼ਮ ਕੋਈ ਅਪਰਾਧ ਕਰੇਗਾ, ਅਜਿਹੀ ਕੋਈ ਸੰਭਾਵਨਾ ਨਹੀਂ। ਪਟੀਸ਼ਨਰ ਨੂੰ ਜੇਲ੍ਹ 'ਚ ਰੱਖਣ ਨਾਲ ਕੋਈ ਮਕਸਦ ਹੱਲ ਨਹੀਂ ਹੋਵੇਗਾ। ਸਰਕਾਰ ਵੱਲੋਂ ਮੁਲਜ਼ਮ ਸੱਤਾ ਤੇ ਪਿੰਦੀ ਨਾਲ ਕੀਤੀ ਕਥਿਤ ਕੈਸ਼ ਟ੍ਰਾਂਜੈਕਸ਼ਨ ਦੇ ਇਲਜ਼ਾਮ 2007 ਤੇ 2013 ਦੇ ਲਗਾਏ ਨੇ। ਮਾਮਲੇ 'ਚ FIR 8 ਸਾਲ ਬਾਅਦ 2021 ਦੇ ਵਿੱਚ ਦਰਜ ਕੀਤੀ ਗਈ। 2013 ਤੋਂ ਬਾਅਦ ਪਟੀਸ਼ਨਕਰਤਾ ਵੱਲੋਂ ਕੀਤੀ ਗਈ ਡਰੱਗ ਕਾਰੋਬਾਰ ਸੰਬੰਧਤ ਅਪਰਾਧ ਦਾ ਕੋਈ ਸਬੂਤ ਨਹੀਂ। ਪਟੀਸ਼ਨਕਰਤਾ ਕੋਲੋਂ ਡਰੱਗ ਦੀ ਰਿਕਵਰੀ ਜਾਂ ਸਪਲਾਈ ਦਾ ਕੋਈ ਸਬੂਤ ਨਹੀਂ। NDPC ਐਕਟ ਦੇ ਤਹਿਤ ਹੋਏ ਟ੍ਰਾਇਲ ਦੇ ਵਿੱਚ ਧਾਰਾ 120B ਦੇ ਧਾਰਾ 319 CRPC ਤਹਿਤ ਦੋਸ਼ੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। ਇੱਕ ਸਮਝ ਨਹੀਂ ਆਉਂਦੀ ਗੱਲ ਜਿਹੜੀ ਵਾਰ-ਵਾਰ ਕਲੇਰ ਸਾਹਿਬ ਕੀਤੀ ਜਾਂਦੀ ਹੈ, ਸੱਤਾ ਤੇ ਪਿੰਦੀ ਦਾ ਨਾਮ ਵਾਰ-ਵਾਰ ਦਿੱਤਾ ਜਾਂਦਾ ਹੈ ਕਿ ਇਹ ਦੋ ਵੱਡੇ ਜੀ, ਇਹਨਾਂ ਦੇ ਨਾਲ ਕਰੋੜਾਂ ਰੁਪਈਆਂ ਦੀ ਟ੍ਰਾਂਜੈਕਸ਼ਨ ਹੋਈ ਹੈ, ਕਦੇ ਉਹਨਾਂ ਨੇ ਪੈਸੇ ਪਾਏ ਹੈ, ਕਦੇ ਇਹਨਾਂ ਨੇ ਪੈਸੇ ਪਾਏ ਹੈ। ਇਹਦੇ ਬਾਰੇ ਥੋੜਾ ਸਪਸ਼ਟੀਕਰਨ ਦਿਓ। ਇਸ ਦਾ ਜ਼ਿਕਰ ਕੀਤਾ ਗਿਆ, ਇਹਨਾਂ ਨੇ ਲਿਖਿਆ ਕਿ 2007 ਤੇ 2013 ਦੇ ਇਲਜ਼ਾਮ ਨੇ ਔਰ FIR ਦਰਜ ਹੁੰਦੀ 8 ਸਾਲ ਬਾਅਦ। ਤੁਸੀਂ ਇਹਦੇ 'ਚ ਇੱਕ ਹੋਰ ਗੱਲ ਦੇਖੋ ਜੀ ਕਿ ਹਾਈ ਕੋਰਟ ਦੀ ਆਬਜ਼ਰਵੇਸ਼ਨ 'ਚ ਵੀ ਹੈ, ਜਿਹੜੇ ਬੰਦੇ ਦਾ ਜ਼ਿਕਰ ਕੀਤਾ ਹੈ ਸਰਦਾਰ ਬਿਕਰਮ ਮਜੀਠੀਆ ਤੇ ਪਰਚਾ ਪਹਿਲਾਂ ਕਰਤਾ, ਉਹਨਾਂ ਤੇ ਪਰਚਾ ਉਦੋਂ ਹੁੰਦਾ ਜਦੋਂ ਸਰਦਾਰ ਬਿਕਰਮ ਮਜੀਠੀਆ ਦੀ ਬੇਲ 'ਚ ਜ਼ਿਕਰ ਆਉਂਦਾ ਕਿ ਮੇਰਾ ਇਹਨਾਂ ਨਾਲ ਕੀ ਲੈਣਾ ਦੇਣਾ, ਉਹ ਤੋਂ ਬਾਅਦ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ। ਤੁਸੀਂ ਦੇਖੋ ਵੀ ਕਿਸ ਤਰੀਕੇ ਦੀ ਵਾਹੀਆਤ ਇਨਵੈਸਟੀਗੇਸ਼ਨ ਹੋ ਰਹੀ ਹੈ। ਔਰ ਕੋਰਟ, ਇਹ ਕੋਈ ਹਰਪ੍ਰੀਤ ਜੀ ਇਹ ਗੱਲ ਨਹੀਂ, 8 ਮਹੀਨੇ ਦਾ ਲੰਬਾ ਵਕਫਾ ਸੀ, 2 ਸਰਕਾਰਾਂ ਰਹੀਆਂ, ਪੂਰੀ ਮਸ਼ੀਨਰੀ ਜਿਹੜੀ ਡਿਸਪੋਜ਼ਲ ਤੇ ਸੀ ਉਹ ਲਾ ਦਿੱਤੀ ਗਈ। ਇੱਕ ਕਿਣਕੇ ਜਿੰਨਾ ਵੀ ਸਬੂਤ ਸਰਦਾਰ ਬਿਕਰਮ ਮਜੀਠੀਆ ਦੇ ਖਿਲਾਫ ਕੋਰਟ 'ਚ ਨਹੀਂ ਰੱਖ ਸਕੇ। ਇਹ ਮੈਂ ਨਹੀਂ ਕਹਿ ਰਿਹਾ, ਹਾਈ ਕੋਰਟ ਦੀ ਆਬਜ਼ਰਵੇਸ਼ਨ ਹੈ। ਕੋਰਟ ਨੇ ਕਿਹਾ ਕਿ ਹੁਣ ਤੱਕ ਜੋ ਮਟੀਰੀਅਲ ਔਨ ਰਿਕਾਰਡ ਸਾਡੇ ਅੱਗੇ ਲਿਆਂਦਾ ਗਿਆ, ਉਹਦੇ 'ਚ ਸਰਦਾਰ ਬਿਕਰਮ ਮਜੀਠੀਆ ਦੇ ਖਿਲਾਫ ਡਰੱਗ ਵੇਚਣ ਦਾ, ਡਰੱਗ ਫਾਈਨੈਂਸ ਕਰਨ ਦਾ ਜਾਂ ਮੁਲਜ਼ਮਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਦਾ ਸਬੂਤ ਪੰਜਾਬ ਸਰਕਾਰ ਕੋਲੇ ਨਹੀਂ। ਤਾਂ ਅੱਜ ਮੇਰਾ ਇਹ ਸਵਾਲ ਹੈ ਕਿ ਜਿਹੜੇ ਲੋਕਾਂ ਨੇ ਤੇ ਗੰਦੀ ਸਿਆਸਤ ਕੀਤੀ, ਇਹ ਹਾਈ ਕੋਰਟ ਦੇ ਥੱਪੜ ਤੋਂ ਬਾਅਦ ਕੀ ਉਹਨਾਂ ਦੀ ਨੀਂਦ ਖੁੱਲੀ?
ਕਿਉਂਕਿ ਤੁਸੀਂ ਅੱਜ ਮੈਨੂੰ ਇੱਕ ਸਿੱਧਾ ਸਵਾਲ ਕੀਤਾ ਕਿ ਜੀ ਤੁਸੀਂ ਐਡਾ ਜਸ਼ਨ ਕਿਉਂ ਮਨਾ ਰਹੇ ਹੋ। ਹਰਪ੍ਰੀਤ ਜੀ, ਸੱਚਾਈ ਦੇ ਉੱਤੇ 8 ਮਹੀਨਿਆਂ ਤੋਂ ਲੜਾਈ ਲੜ ਰਹੇ ਆ। 8 ਮਹੀਨਿਆਂ ਤੋਂ ਇਹ ਗੱਲ ਕਹਿ ਰਹੇ ਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇਹ ਜਿਹੜੀ 26 ਪੇਜ ਦੀ ਜਜਮੈਂਟ ਹੈ, ਇਹਦਾ ਇੱਕ ਇੱਕ ਪੈਰਾ ਪੜਨ ਵਾਲਾ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਮਸ਼ੀਨਰੀ ਨੂੰ ਸਿਰਫ ਪੋਲੀਟੀਕਲ ਕਿਹੜਾ ਕੱਢਣ ਦੇ ਲਈ ਸਰਕਾਰ ਨੇ ਵਰਤਿਆ। ਅਦਰਵਾਈਜ਼ 8 ਮਹੀਨੇ ਕੋਈ ਥੋੜੇ ਨਹੀਂ ਹੁੰਦੇ। 8 ਮਹੀਨਿਆਂ 'ਚ ਇਹਨਾਂ ਕੋਲੇ ਇੱਕ ਵੀ ਐਸਾ ਸਬੂਤ ਨਹੀਂ ਆਇਆ ਜਿਹਦੇ ਨਾਲ ਇਹ ਸਰਦਾਰ ਮਜੀਠੀਆ ਨੂੰ ਡਰੱਗ ਦੇ ਕਾਰੋਬਾਰ ਨਾਲ ਜੋੜ ਸਕਣ। ਪਹਿਲਾਂ ਇਲਜ਼ਾਮ ਅਕਾਲੀ ਦਲ ਤੇ ਲੱਗਦਾ ਰਿਹਾ ਕਿ ਕਾਂਗਰਸ ਤੇ ਅਕਾਲੀ ਦਲ ਇੱਕੋ ਹੀ ਨੇ, ਹੁਣ ਤਾਂ ਸਰਕਾਰ ਵੀ ਦੂਜੀ ਹੈ, ਆਪ ਵੀ ਹੈ। ਹੁਣ ਇਲਜ਼ਾਮ ਸ਼ਾਇਦ ਇਹ ਵੀ ਲੱਗਣਗੇ ਕਿ ਆਪ ਵੀ ਤੁਹਾਡੇ ਨਾਲ ਮਿਲ ਗਈ ਹੈ। ਹਰਪ੍ਰੀਤ ਜੀ, ਜਿਹੜੇ ਕਿਰਨਾਂ ਦੇ ਕਾਤਲ ਹੁੰਦੇ ਨੇ ਨਾ, ਇਹਨਾਂ ਨੂੰ ਵਹਿਮ ਹੋ ਜਾਂਦਾ ਹੈ ਕਿ ਸੂਰਜ ਨੂੰ ਲੁਕੋ ਲੈਣਗੇ। ਸੱਚ ਤੇ ਸੂਰਜ, ਇਹ ਦੋ ਚੀਜ਼ਾਂ ਕਦੇ ਲੁਕਦੀਆਂ ਨਹੀਂ। ਹੁਣ ਮੇਰਾ ਤਾਂ ਸਿੱਧਾ ਸਵਾਲ ਹੈ, ਦੇਖੋ ਕੇਜਰੀਵਾਲ ਸਾਹਿਬ ਬਹੁਤ ਸਿਆਣੇ ਨਿਕਲੇ, ਉਹਨਾਂ ਨੂੰ ਪਤਾ ਸੀ ਕਿ ਇਹ ਝੂਠ ਦੇ ਮਹਿਲ ਨੇ, ਉਹਨਾਂ ਨੇ ਮਾਫੀ ਮੰਗੀ ਤੇ ਨਿਕਲ ਗਏ। ਇਹ ਸੁੱਖੀ ਰੰਧਾਵਾ ਹੋਣ, ਰਾਜਾ ਵੜਿੰਗ ਹੋਵੇ, ਨਵਜੋਤ ਸਿੱਧੂ ਸਾਹਿਬ ਹੋਣ, ਇਹਨਾਂ ਨੇ ਸਾਰੇ ਤਾਣੇ ਬਾਣੇ ਬੁਣੇ ਔਰ ਅੱਜ ਦੇਖੋ ਕੁਦਰਤ ਦਾ ਇਨਸਾਫ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਨਵਜੋਤ ਸਿੱਧੂ ਸਾਹਿਬ ਹੈ, ਜਿਨ੍ਹਾਂ ਨੇ ਝੂਠੇ ਪਰਚੇ ਦੀ ਬੁਨਿਆਦ ਰੱਖੀ, ਕਿਉਂਕਿ ਝੂਠਾ ਹੁਣ ਕਿਉਂ ਕਹਿੰਦੇ ਆ, ਹੁਣ ਤਾਂ ਸਾਡੇ ਕੋਲ ਸਰਟੀਫਿਕੇਟ ਹੈ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦਾ, ਜਿਸ ਤਰੀਕੇ ਦੀ ਆਬਜ਼ਰਵੇਸ਼ਨਸ ਨੇ, ਤਾਂ ਨਵਜੋਤ ਸਿੱਧੂ ਸਾਹਿਬ ਉਸੇ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ ਮੁਲਜ਼ਮ ਦੇ ਤੌਰ ਤੇ ਬੰਦ ਨੇ ਜਿੱਥੋਂ ਅੱਜ ਹਾਈ ਕੋਰਟ ਦਾ ਆਰਡਰ ਸਰਦਾਰ ਬਿਕਰਮ ਮਜੀਠੀਆ ਨੂੰ ਕੱਢ ਕੇ ਲਿਆ ਰਿਹਾ। ਔਰ ਇਹ ਇਕੱਲੀ ਗੱਲ ਨਹੀਂ, ਇਹ FIR ਦੇ ਹੋਰ ਵੀ ਬਹੁਤ ਬੇਸਿਸ ਨੇ। ਇਹ FIR ਦੇ ਦੌਰਾਨ, ਇਨਵੈਸਟੀਗੇਸ਼ਨ ਦੇ ਦੌਰਾਨ ਤੁਸੀਂ ਦੇਖੋਗੇ ਕਿ ਕੋਰਟ ਨੂੰ ਜਾ ਕੇ ਕਹਿੰਦੇ ਨੇ ਜੀ ਅਸੀਂ ਬਹੁਤ ਗਵਾਹਾਂ ਦੇ ਬਿਆਨ ਲਿਖ ਲਏ, ਔਰ ਜਦੋਂ ਕੋਰਟ ਉਹਨਾਂ ਤੋਂ ਗਵਾਹਾਂ ਦੇ ਬਿਆਨ ਮੰਗਦੀ ਹੈ ਤਾਂ ਸਰਕਾਰ ਕੋਲੇ ਕੋਈ ਬਿਆਨ ਨਹੀਂ ਸੀ। ਇਹਦਾ ਮਤਲਬ ਝੂਠੀ ਬਿਆਨਬਾਜ਼ੀ ਕਰ ਰਹੇ ਸੀ। ਸਿਰਫ 2 ਬੰਦਿਆਂ ਦੀ ਸਟੇਟਮੈਂਟ ਉੱਥੇ ਕੋਰਟ ਦੇ ਵਿੱਚ ਰਿਲਾਈ ਅਪਨ ਕੀਤੀ ਗਈ ਕਿ ਅਸੀਂ 2 ਬਿਆਨ ਲਿਖੇ ਨੇ। ਇੱਕ ਲਿਖਿਆ ਬਿੱਟੂ ਔਲਖ ਦਾ, ਇੱਕ ਲਿਖਿਆ ਇਹ ਜਿਹੜਾ ਤੁਸੀਂ ਪਹਿਲਾ ਸਵਾਲ ਕਰ ਲਿਆ ਬੋਨੀ ਅਜਨਾਲੇ ਦਾ। ਬਿੱਟੂ ਔਲਖ ਦਾ ਜਿਹੜਾ ਬਿਆਨ ਹੈ ਉਹਦੇ ਤੇ ਵੀ ਕੋਰਟ ਨੇ ਕਿਹਾ ਕਿ ਬਿੱਟੂ ਔਲਖ ਕ੍ਰੈਡੀਬਲ ਵਿਟਨੈਸ ਨਹੀਂ ਹੈਗਾ। ਇਹਨੇ ਪਹਿਲਾਂ ਵੀ ਇਹੋ ਜਿਹਾ ਇੱਕ ਬਿਆਨ ਦਿੱਤਾ ਸੀ 2015 ਤੋਂ, ਆਪਣੇ ਸੇਮ ਬਿਆਨ ਤੋਂ, ਜਿਹੜਾ ਅੱਜ ਦਾ ਬਿਆਨ ਲਿਖਿਆ 2015 ਚ ਆਪਣੇ ਸੇਮ ਬਿਆਨ ਤੋਂ ਹੀ ਮੁੱਕਰਿਆ। ਤੇ ਜਿਹੜਾ ਬੋਨੀ ਅਜਨਾਲਾ ਇਹਦੇ ਬਾਰੇ ਤਾਂ ਹਾਈ ਕੋਰਟ ਨੇ ਸਪਸ਼ਟ ਹੀ ਕਹਿਤਾ ਕਿ ਇਹ ਤਾਂ ਭਾਈ ਸਿਕਿਉਰਿਟੀ ਲੈਣ ਦਾ ਇਹਦਾ ਕੰਮ ਹੈ, ਇਹ ਸਿਕਿਉਰਿਟੀ ਲੈਣ ਪਿੱਛੇ। ਅੱਛਾ, ਤੁਹਾਨੂੰ ਲੱਗਦਾ ਕਿ ਜਿਹੜੀ ਜਜਮੈਂਟ ਆਈ ਹੈ ਇਹ ਜਜਮੈਂਟ ਥੋੜੀ ਕੁਐਸਚਨਿੰਗ ਦੇ ਵਿੱਚ ਹੈਲਪ ਕਰੇਗੀ? ਹਰਪ੍ਰੀਤ ਜੀ, ਡਿਵੀਜ਼ਨ ਬੈਂਚ ਅਗਰ ਕੋਈ ਆਬਜ਼ਰਵੇਸ਼ਨਸ ਦੇ ਰਿਹਾ ਹੈ, ਮੈਰਿਟਸ ਦੇ ਉੱਤੇ ਆਬਜ਼ਰਵੇਸ਼ਨ ਦੇ ਰਿਹਾ ਹੈ, 8 ਮਹੀਨੇ ਦੀ ਇਨਵੈਸਟੀਗੇਸ਼ਨ ਦੇ ਉੱਤੇ ਆਬਜ਼ਰਵੇਸ਼ਨ ਦੇ ਰਿਹਾ ਹੈ, ਕੀਤੀ ਜਾਏਗੀ ਫਿਰ 2 ਸਰਕਾਰਾਂ ਦੀ ਇਨਵੈਸਟੀਗੇਸ਼ਨ ਤੇ ਆਬਜ਼ਰਵੇਸ਼ਨ ਦੇ ਰਿਹਾ, ਤਾਂ ਇਹ ਕੋਈ ਛੋਟੀ ਗੱਲ ਨਹੀਂ। ਮੈਂ ਪਹਿਲੇ ਦਿਨੋਂ ਇਹ ਗੱਲ ਕਹਿਣਾ ਕਿ ਸਰਦਾਰ ਬਿਕਰਮ ਮਜੀਠੀਆ ਦੇ ਖਿਲਾਫ ਇੱਕ ਕਿਣਕਾ ਵੀ ਸਬੂਤ ਨਹੀਂ, ਔਰ ਇਹ ਹੁਣ ਦੋਨੇ ਸਰਕਾਰਾਂ ਨੂੰ ਸਮਝ ਆ ਗਈ, ਕਿਉਂਕਿ ਜ਼ੋਰ 4 ਮਹੀਨੇ ਪਹਿਲਾਂ ਨੇ ਵੀ ਬਹੁਤ ਲਾਇਆ ਤੇ 4 ਮਹੀਨੇ ਵਾਲੀ ਇਹ ਸਰਕਾਰ ਨੇ ਵੀ ਬਹੁਤ ਲਾਇਆ, ਔਰ ਇਹਨਾਂ ਕੋਲੇ ਨਿਕਲਿਆ ਕੱਖ ਵੀ ਨਹੀਂ। ਤੇ ਇਹ ਜਿਹੜੇ ਪਰਚੇ ਨੇ ਇਹ ਉਰੇ ਅਦਾਲਤਾਂ ਦੇ ਵਿੱਚ ਖਾਰਜ ਹੋਣਗੇ। ਇਹ ਤੁਸੀਂ ਵੀ ਉਰੇ ਹੋ, ਕਿਉਂਕਿ ਜਦੋਂ ਪਹਿਲਾਂ ਵੀ ਇੱਕ ਵਾਰੀ ਗੱਲ ਹੁੰਦੀ ਸੀ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਸੀ ਇਹ ਝੂਠ ਦੇ ਮਹਿਲ ਨੇ ਹਰਪ੍ਰੀਤ ਜੀ, ਡਿੱਗਣਗੇ। ਅੱਜ ਬੇਲ ਹੋਈ, ਆਬਜ਼ਰਵੇਸ਼ਨ ਆਈ, ਹਾਈ ਕੋਰਟ ਨੇ ਵੀ ਇੰਡੋਰਸ ਕੀਤਾ ਕਿ ਇਹ ਝੂਠ ਦੇ ਮਹਿਲ ਨੇ। ਹੁਣ ਮੈਂ ਤੁਹਾਡੀ ਡਿਬੇਟ ਤੇ ਇਹ ਗੱਲ ਕਹਿ ਕੇ ਜਾ ਰਿਹਾ ਕਿ ਇਹ ਝੂਠ ਦੇ ਮਹਿਲ ਉਰੇ ਖਾਰਜ ਹੋਣਗੇ, ਜਿੱਦਾਂ ਪਹਿਲੀਆਂ ਇਹਨਾਂ ਦੀ ਸਿਆਸੀ ਇਨਵੈਸਟੀਗੇਸ਼ਨਾਂ ਖਾਰਜ ਹੋਈਆਂ, ਇਹ ਵੀ ਖਾਰਜ ਹੋਏਗੀ। ਕਿਉਂਕਿ ਕਿਸੇ ਤੇ ਝੂਠਾ ਲਾਂਛਣ, ਕਿਉਂਕਿ ਮਜੀਠੀਆ ਸਾਹਿਬ ਦੇ ਖਿਲਾਫ ਕੀ ਸੀਗਾ, ਮਜੀਠੀਆ ਸਾਹਿਬ ਸਰਕਾਰ ਤੇ ਹਮਲਾਵਰ ਸੀਗੇ, ਸਰਕਾਰ ਦੇ ਜਿਹੜੇ ਘੁਟਾਲੇ ਨੇ ਐਕਸਪੋਜ਼ ਕਰ ਰਹੇ ਸੀ, ਮਾਈਨਿੰਗ ਮਾਫੀਆ ਨੂੰ ਐਕਸਪੋਜ਼ ਕੀਤਾ, ਉਹਦੇ ਕਰਕੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾਉਣ ਲਈ ਇਹਨਾਂ ਤੇ ਪਰਚਾ ਦਿੱਤਾ। ਇੱਕ ਸਵਾਲ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿਹੜੇ ਐਲੀਗੇਸ਼ਨ ਲੱਗੇ ਉਹ ਬੜੇ ਸੀਰੀਅਸ ਐਲੀਗੇਸ਼ਨ ਸੀਗੇ, ਭਾਵੇਂ ਉਹ ਪੈਸੇ ਦੇ ਟ੍ਰਾਂਜੈਕਸ਼ਨ ਦੀ ਗੱਲ ਹੋਵੇ, ਪ੍ਰਾਪਰਟੀ ਯੂਜ਼ ਕਰਨ ਦੀ ਗੱਲ ਹੋਵੇ, ਤੁਹਾਡੀਆਂ ਗੱਡੀਆਂ ਯੂਜ਼ ਕੀਤੀਆਂ ਗਈਆਂ, ਇਹ ਇੱਥੇ ਤੱਕ ਇਲਜ਼ਾਮ ਲੱਗਿਆ, ਤੁਹਾਡਾ ਘਰ ਵਰਤਿਆ ਗਿਆ, ਇੱਥੇ ਤੱਕ ਇਲਜ਼ਾਮ ਲੱਗਿਆ, ਪੈਸੇ ਦੇ ਲੈਣ ਦੇਣ ਦੇ ਇਲਜ਼ਾਮ ਲੱਗੇ, ਇੱਥੋਂ ਤੱਕ ਕਿ ਕੋਈ ਲਿਕੁਇਡ ਦੀ ਵੀ ਗੱਲ ਹੋਈ ਕਿ ਲਿਕੁਇਡ ਜਿਹੜਾ ਉਹ ਕੈਨੇਡਾ ਭੇਜਿਆ ਗਿਆ। ਇਹ ਚੀਜ਼ਾਂ ਦਾ ਕੋਈ ਤਾਂ ਆਧਾਰ ਹੋਏਗਾ ਜਿਹੜਾ ਅਦਾਲਤ ਦੇ ਸਾਹਮਣੇ ਰੱਖਿਆ ਹੋਏਗਾ, ਕਿਉਂਕਿ ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ ਉਹਨੂੰ ਵੀ ਪਤਾ ਹੈ ਕਿ ਮੈਂ ਜਿਹੜੀ ਇਨਵੈਸਟੀਗੇਸ਼ਨ ਕਰ ਰਿਹਾ ਮੈਨੂੰ ਅਦਾਲਤ ਦੇ ਵਿੱਚ ਜਾ ਕੇ ਕੋਈ ਸਬੂਤ ਦੇਣੇ ਪੈਣੇ ਨੇ, ਉਹ ਦੱਸਣਾ ਪੈਣਾ ਕਿ ਉਹ ਲਿਕੁਇਡ ਆਇਆ ਸੀ ਤੇ ਪਹੁੰਚਿਆ ਕਿਵੇਂ, ਫੂਕ ਮਾਰ ਕੇ ਤਾਂ ਨਹੀਂ ਪਹੁੰਚ ਗਿਆ ਉੱਥੇ। ਉਹਨਾਂ ਚੀਜ਼ਾਂ ਦਾ ਕਿਤੇ ਕੋਈ ਵੇਰਵਾ ਹੈਗਾ? ਹਰਪ੍ਰੀਤ ਜੀ, ਜਿਹੜੇ ਪਹਿਲੇ 2 ADGP ਲਿਖਤੀ ਰੂਪ ਤੇ ਰਿਕਿਊਜ਼ ਕਰਕੇ ਗਏ ਸੀ ਕਿ ਜੀ ਅਸੀਂ ਇਹ ਕੇਸ ਦੇ ਵਿੱਚ ਪਰਚਾ ਨਹੀਂ ਦੇ ਸਕਦੇ, ਕਾਨੂੰਨ ਨਹੀਂ ਅਲਾਉ ਕਰਦਾ, ਉਹ ਤਾਂ ਹੀ ਦੇ ਕੇ ਗਏ ਸੀ ਕਿ ਇਹ ਸਿਰਫ ਇੱਕ ਸਿਆਸੀ ਪਰਚਾ ਦਿੱਤਾ ਜਾ ਰਿਹਾ ਸੀ। ਮਕਸਦ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ, ਮਕਸਦ ਸੀ ਸਰਦਾਰ ਬਿਕਰਮ ਮਜੀਠੀਆ ਦੀ ਸਾਖ ਨੂੰ ਢਾਹ ਲਾਣਾ। ਪਤਾ ਉਹਨਾਂ ਨੂੰ ਵੀ ਸੀ ਇਹਦੇ 'ਚ ਕੋਈ ਸਬੂਤ ਨਹੀਂ। ਔਰ ਹੁਣ ਤਾਂ ਇਸ ਜਜਮੈਂਟ ਦਾ ਪੇਜ ਨੰਬਰ 18 ਤੇ ਪੇਜ ਨੰਬਰ 19 ਇਹ ਕਲੀਅਰ ਕਹਿੰਦਾ ਕਿ ਸਰਦਾਰ ਬਿਕਰਮ ਮਜੀਠੀਆ ਨਾ ਤਾਂ ਡਰੱਗ ਟ੍ਰੈਫਿਕਿੰਗ ਦੇ ਵਿੱਚ ਸੀ, ਕੋਈ ਸਬੂਤ ਨਹੀਂ, ਨਾ
ਕਿਸੇ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ ਕੋਈ ਸਬੂਤ ਹੈ ਕਿ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਉਹਨਾਂ ਦੀ ਕਿਸੇ ਨਾਲ ਹੋਈ ਹੋਵੇ, ਨਾ ਉਹਨਾਂ ਦੇ ਕਿਸੇ ਅਕਿਊਜ਼ਡ ਨਾਲ ਜਿਹੜੇ ਕਿ ਡਰੱਗ ਟ੍ਰੈਫਿਕਿੰਗ ਦੇ ਵਿੱਚ ਹੋਣ ਕੋਈ ਰਿਸ਼ਤੇ ਸਰਕਾਰ ਸਾਬਤ ਕਰ ਚੁੱਕੀ ਹੈ, ਤਾਂ ਫਿਰ ਇਹ ਚੀਜ਼ਾਂ ਤੋਂ ਬਾਅਦ ਇੱਕ ਗੱਲ ਕਲੀਅਰ ਹੋ ਗਈ ਕਿ ਜੇ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਐਸੀਆਂ ਆਬਜ਼ਰਵੇਸ਼ਨਸ ਕਰ ਰਿਹਾ ਹੈ, ਤਾਂ ਫਿਰ ਮੈਨੂੰ ਅਫਸੋਸ ਹੈ ਕਿ ਸਾਡੇ ਪੰਜਾਬ ਦੇ ਵਿੱਚ ਲੋਕਾਂ ਦੀ ਭਲਾਈ ਲਈ ਬਣੀਆਂ ਸਰਕਾਰਾਂ ਸਿਰਫ ਆਪਣੇ ਸਿਆਸੀ ਮਫਾਦ ਸਾਧਣ ਲਈ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਸਰਕਾਰੀ ਮਸ਼ੀਨਰੀ ਵਰਤ ਕੇ ਟਾਰਗੇਟ ਕਰ ਰਹੀਆਂ ਨੇ। ਪਰ ਠੀਕ ਹੈ ਹਰਪ੍ਰੀਤ ਜੀ, ਇਹ ਇਨਸਾਫ ਹੁੰਦੇ ਨੇ। ਸਾਡਾ ਬੜਾ ਅੱਜ ਮੈਂ ਤੁਹਾਨੂੰ ਗੱਲ ਦੱਸਾਂ ਕਿ ਅੱਜ ਤੁਹਾਡੇ ਉਰੇ ਬੈਠ ਕੇ ਵੀ ਮੇਰਾ ਸਿਰ ਝੁਕਦਾ ਅਦਾਲਤ ਅੱਗੇ, ਕਿਉਂਕਿ ਸਾਡੇ ਖਿਲਾਫ ਬਹੁਤ ਸਾਜ਼ਿਸ਼ਾਂ ਹੋਈਆਂ, ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਤਰ੍ਹਾਂ ਦੇ ਛੜਯੰਤਰ ਰਚੇ ਗਏ। ਸਾਨੂੰ ਹਮੇਸ਼ਾ ਅਦਾਲਤਾਂ ਨੇ ਇਨਸਾਫ ਦਿੱਤਾ, ਅਦਾਲਤ ਤੇ ਭਰੋਸਾ ਹੈ, ਅੱਗੇ ਵੀ ਅਦਾਲਤਾਂ ਤੋਂ ਇਨਸਾਫ ਲਵਾਂਗੇ, ਸਰਕਾਰਾਂ ਤੋਂ ਹੁਣ ਇਨਸਾਫ ਦੀ ਉਮੀਦ ਨਹੀਂ। ਚਲੋ ਇੱਕ ਛੋਟਾ ਜਿਹਾ ਸਵਾਲ, ਆਖਰੀ ਸਵਾਲ, ਕਹਿੰਦੇ ਨੇ ਕਿ ਅਕਾਲੀ ਦਲ ਆਪਣੇ ਬੜੇ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ, ਕੋਈ ਚੰਗੀ ਖਬਰ ਅਕਾਲੀ ਦਲ ਲਈ ਆਂਦੀ ਨਹੀਂ। ਤੁਹਾਨੂੰ ਲੱਗਦਾ ਹੈ ਕਿ ਇਸ ਫੈਸਲੇ ਤੋਂ ਬਾਅਦ ਥੋੜਾ ਅਕਾਲੀ ਦਲ ਨੂੰ ਰਾਹਤ ਮਿਲੇਗੀ, ਕੋਈ ਸੁੱਖ ਦਾ ਸਾਹ ਆਏਗਾ? ਹਰਪ੍ਰੀਤ ਜੀ, ਸ਼੍ਰੋਮਣੀ ਅਕਾਲੀ ਦਲ ਸੰਘਰਸ਼ੀ ਜਥੇਬੰਦੀ ਹੈ, ਬੜੇ ਉਤਰਾਅ ਚੜਾਅ ਦੇਖੇ। ਸਰਕਾਰਾਂ ਤਾਂ ਬਹੁਤ ਬਾਅਦ ਦੇ ਵਿੱਚ ਆ ਕੇ ਬਣੀਆਂ, ਪਹਿਲਾਂ ਤਾਂ ਮੋਰਚੇ, ਐਜੀਟੇਸ਼ਨਸ, ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ। ਸੋ 25 ਸਾਲਾਂ ਦੇ ਵਿੱਚ 15 ਸਾਲ ਸਰਕਾਰ 'ਚ ਵੀ ਰਹੇ ਆ। ਅੱਜ ਨਹੀਂ ਸਰਕਾਰ ਚਾਹੇ ਲੋਕਾਂ ਦਾ ਫਤਵਾ ਸਿਰ ਮੱਥੇ ਕਬੂਲ ਹੈ। ਸਰਦਾਰ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਲੀਡਰ ਨੇ। ਸਰਦਾਰ ਬਿਕਰਮ ਸਿੰਘ ਮਜੀਠੀਆ ਯੂਥ ਦੇ ਰੋਲ ਮਾਡਲ ਨੇ, ਔਰ ਤੁਸੀਂ ਦੇਖਿਆ ਹੋਣਾ ਅੱਜ ਪਟਿਆਲਾ ਜੇਲ੍ਹ ਦੇ ਬਾਹਰ ਕਿਸ ਤਰੀਕੇ ਦਾ ਉਤਸ਼ਾਹ ਹੈ ਨੌਜਵਾਨਾਂ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ। ਸੋ ਸਰਦਾਰ ਮਜੀਠੀਆ ਦੇ ਬਾਹਰ ਆਉਣ ਨਾਲ ਵਾਕਈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ। ਚਲੋ ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਸ ਹਨ ਐਡਵੋਕੇਟ ਅਰਸ਼ਦੀਪ ਕਲੇਰ, ਇਸ ਪੂਰੇ ਮਸਲੇ ਦੇ ਨਾਲ ਜੁੜੇ ਹੋਏ ਐਡਵੋਕੇਟ, ਜਿਨ੍ਹਾਂ ਨੇ ਇਹ ਦੱਸਿਆ ਕਿ ਅਦਾਲਤ ਨੇ ਜਿਹੜਾ ਇਹ ਜੱਜਮੈਂਟ ਦਿੱਤੀ ਹੈ, ਇਸ ਜੱਜਮੈਂਟ ਦੇ ਵਿੱਚ ਕੀ ਟਿੱਕਾ ਟਿੱਪਣੀਆਂ ਕੀਤੀਆਂ ਨੇ, ਔਰ ਇਹਨਾਂ ਨੂੰ ਪੂਰਾ ਭਰੋਸਾ ਹੈਗਾ ਕਿ ਹੁਣ ਜਦੋਂ ਇਸ ਪੂਰੇ ਮੁੱਦੇ ਤੇ ਕੁਐਸਚਨਿੰਗ ਲਈ ਪਾਵਾਂਗੇ ਤਾਂ ਇਹ ਹੈਲਪ ਜ਼ਰੂਰ ਕਰੇਗਾ, ਕਿਉਂਕਿ ਜੋ ਹਾਈ ਕੋਰਟ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ ਉਹ ਟਿੱਪਣੀਆਂ ਅਸੀਂ ਤੁਹਾਨੂੰ ਵੀ ਸੁਣਾ ਦਿੱਤੀਆਂ ਨੇ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਕੋਈ ਸਬੂਤ ਨਹੀਂ ਹੈ। ਇਲਜ਼ਾਮ ਲਾਣੇ ਤਾਂ ਬੜੇ ਸੌਖੇ ਨੇ, ਪਰ ਉਹਨਾਂ ਇਲਜ਼ਾਮਾਂ ਨੂੰ ਸਾਬਤ ਕਰਨਾ ਵੀ ਪਏਗਾ। ਤੁਹਾਨੂੰ ਸਾਬਤ ਕਰਨ ਦੇ ਲਈ ਤੁਹਾਡੇ ਕੋਲ ਸਬੂਤ ਹੋਣੇ ਚਾਹੀਦੇ ਨੇ। ਉਹ ਸਬੂਤਾਂ ਦੀ ਅਣਹੋਂਦ ਕਰਕੇ ਅੱਜ ਬਿਕਰਮ ਮਜੀਠੀਆ ਜਿਹੜੇ ਨੇ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ। ਅੱਗੇ ਜਾ ਕੇ ਇਹ ਪੂਰਾ ਮਸਲਾ ਕੀ ਰੰਗ ਲਿਆਂਦਾ ਹੈ, ਇਸ ਤੇ ਨਜ਼ਰ ਬਣੀ ਰਹੇਗੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।